ਤਰਨਤਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਤਰਨਤਾਰਨ ਤੋਂ ਮੋਸਟ ਵਾਂਟਡ ਗੁਰਵਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁਰਵਿੰਦਰ ਦੇ ਨਾਲ ਮੁਲਜ਼ਮ ਸੰਦੀਪ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਜਿਹੜਾ ਸੁਖ ਭਿਖਾਰੀਵਾਲ ਜਿਹੜਾ ਹੈਗਾ ਤੇ ਹੈਰੀ ਚੱਠਾ ਉਸ ਦੇ ਕਰੀਬੀ ਨੇ। ਦੋਵੇਂ ਸਰਹੱਦ ਪਾਰੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ ਤੇ ਕਾਮਰੇਡ ਬਲਵਿੰਦਰ ਸੰਧੂ ਕਤਲकांड ਦੇ ਵਿੱਚ ਵੀ ਸ਼ਾਮਿਲ ਸੀ। ਗੁਰਵਿੰਦਰ ਜਿਹੜਾ ਹੈਗਾ ਉਹ ਕਾਮਰੇਡ ਬਲਵਿੰਦਰ ਦੇ ਕਤਲकांड ਦੇ ਵਿੱਚ ਵੀ ਸ਼ਾਮਿਲ ਸੀ ਤੇ ਐਨਆਈਏ ਨੇ ਵੀ ਗੁਰਵਿੰਦਰ ਨੂੰ ਭਗੌੜਾ ਐਲਾਨਿਆ ਹੋਇਆ ਸੀ। 2 ਲੋਡਡ ਪਿਸਤੌਲ 635 ਗ੍ਰਾਮ ਹੈਰੋਇਨ ਤੇ ਅਫੀਮ ਇਸ ਦੇ ਕੋਲੋਂ ਬਰਾਮਦ ਹੋਈ ਹੈ ਤੇ ਤਕਰੀਬਨ 4 ਲੱਖ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ। ਵੱਡੀ ਕਾਮਯਾਬੀ ਤਰਨਤਾਰਨ ਪੁਲਿਸ ਨੂੰ ਮਿਲੀ ਹੈ। ਗੁਰਵਿੰਦਰ ਦੇ ਨਾਲ ਮੁਲਜ਼ਮ ਸੰਦੀਪ ਦੀ ਗ੍ਰਿਫਤਾਰੀ ਜਿਹੜਾ ਹੈਗਾ ਕੀਤੀ ਹੈ। ਸੁਖ ਭਿਖਾਰੀਵਾਲ ਤੇ ਹੈਰੀ ਚੱਠਾ ਦੇ ਕਰੀਬੀ ਨੇ ਦੋਵੇਂ ਸਰਹੱਦ ਪਾਰੋਂ ਨਸ਼ੇ ਦੇ ਹਥਿਆਰਾਂ ਦੀ ਸਪਲਾਈ ਕਰਦੇ ਸੀਗੇ, ਤਸਕਰੀ ਕਰਦੇ ਸੀ ਤੇ ਤਸਕਰੀ ਕਰਕੇ ਉਸ ਨੂੰ ਵੱਖ-ਵੱਖ ਇਲਾਕਿਆਂ ਵਿੱਚ ਭੇਜਦੇ ਸੀ। ਇਹਨਾਂ ਦੀ ਗ੍ਰਿਫਤਾਰੀ ਕੀ ਸੁਨੇਹਾ ਦੇ ਰਹੀ ਹੈ ਤਰਨਤਾਰਨ ਪੁਲਿਸ? ਕਿੰਨੀ ਵੱਡੀ ਕਾਮਯਾਬੀ ਉਸ ਦੇ ਲਈ ਹੈਗੀ ਹੈ? ਸੁਖ ਭਿਖਾਰੀਵਾਲ ਗੈਂਗ ਦੀ ਗੱਲ ਕਰੀਏ ਜਾਂ ਉਸ ਦੇ ਸਹਿਯੋਗੀਆਂ ਦੀ ਗੱਲ ਕਰੀਏ, ਕੀ ਕੁਝ ਇਹਨਾਂ ਦਾ ਪਿਛੋਕੜ ਰਿਹਾ ਹੈ, ਇਹ ਆਪਣੇ ਆਪ ਵਿੱਚ ਅਹਿਮ ਹੈਗਾ। ਸੁਖ ਭਿਖਾਰੀਵਾਲ ਤੇ ਹੈਰੀ ਚੱਠਾ ਦੇ ਕਰੀਬੀ ਇਹ ਦੋਵੇਂ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਦੋਵੇਂ ਕਾਮਰੇਡ ਬਲਵਿੰਦਰ ਸੰਧੂ ਦੇ ਕਤਲकांड ਵਿੱਚ ਵੀ ਗੁਰਵਿੰਦਰ ਤਾਂ ਸ਼ਾਮਿਲ ਸੀ, ਇਹ ਕਨਫਰਮ ਹੈਗਾ ਤੇ ਐਨਆਈਏ ਨੇ ਗੁਰਵਿੰਦਰ ਨੂੰ ਭਗੌੜਾ ਐਲਾਨਿਆ ਹੋਇਆ ਸੀ। ਉਸੇ ਕੋਲੋਂ 2 ਲੋਡਡ ਪਿਸਤੌਲ 635 ਗ੍ਰਾਮ ਹੈਰੋਇਨ ਤੇ ਅਫੀਮ ਬਰਾਮਦ ਹੋਈ ਹੈ। 4 ਲੱਖ ਦੀ ਡਰਗ ਮਨੀ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ। ਮੇਰੇ ਸਹਿਯੋਗੀ ਮਨੋਜ ਰਾਠੀ ਮੇਰੇ ਨਾਲ ਜੁੜ ਰਹੇ ਨੇ। ਮਨੋਜ, ਅਹਿਮ ਕਾਮਯਾਬੀ ਤਰਨਤਾਰਨ ਪੁਲਿਸ ਨੂੰ ਗੁਰਵਿੰਦਰ ਤੇ ਉਸਦੇ ਸਾਥੀ ਦੀ ਗ੍ਰਿਫਤਾਰੀ, ਸੁਖ ਭਿਖਾਰੀਵਾਲ ਗੈਂਗ ਤੇ ਹੈਰੀ ਚੱਠਾ ਦੇ ਨਾਲ ਲਿੰਕ, ਕੀ ਹੈ ਪੂਰੀ ਕਹਾਣੀ? देखो गगन, हुण लगातार जिहड़े केसिस है वो लैके सारा सर्च ऑपरेशन किया जा रहा है ते पुलिस नूं एक बड़ी कामयाबी असीं कह सकते हैं इहदे विच मिली है, जिहदे विच गुरविंदर सिंह ते संदीप ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦਾ ਜਿਹੜਾ ਕੰਮ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ, ਵੱਡੀ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਜਿਹੜੇ ਇਹ ਤਰਨਤਾਰਨ ਦੇ ਰਹਿਣ ਵਾਲੇ ਬਿਲਕੁਲ ਬਾਰਡਰ ਏਰੀਆ ਦੇ ਤੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਐਕਸਪਲੋਸਿਵ ਡਰੱਗਸ ਤੇ ਵੈਪਨ ਸਪਲਾਈ ਕਰਨਾ ਸੀਗਾ। ਬਹੁਤ ਵੱਡੀ ਜਿਹੜੇ ਹੈਗੇ ਖੁਲਾਸੇ ਤਰਨਤਾਰਨ ਪੁਲਿਸ ਵੱਲੋਂ ਕੀਤੇ ਜਾ ਰਹੇ ਕਿ ਜਿਹੜਾ ਇਹ ਗੁਰਵਿੰਦਰ ਹੈ, ਸੰਦੀਪ ਹੈ, ਇਹ ਬਾਰਡਰ ਏਰੀਆ ਤੋਂ ਐਕਸਪਲੋਸਿਵ, ਬਾਰਡਰ ਏਰੀਆ ਤੋਂ ਡਰੱਗਸ, ਬਾਰਡਰ ਏਰੀਆ ਤੋਂ ਵੈਪਨ ਜਿਹੜੇ ਉਹ ਸਪਲਾਈ ਕਰਨ ਤੋਂ ਬਾਅਦ ਪੰਜਾਬ ਦੇ ਨਾਲ-ਨਾਲ ਹੋਰ ਵੀ ਜਿਹੜੇ ਸਟੇਟਸ ਨੇ ਉੱਥੇ ਸਪਲਾਈ ਕਰਦੇ ਸੀਗੇ। ਹੁਣ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਕਿ ਆਖਿਰ ਬਾਰਡਰ ਏਰੀਆ ਤੋਂ ਕੌਣ ਇਹਨਾਂ ਨੂੰ ਸਪਲਾਈ ਕਰਦਾ ਸੀਗਾ, ਕੌਣ ਇਹਨਾਂ ਨੂੰ ਦਿੰਦਾ ਸੀ, ਇਹ ਕਿੱਥੇ-ਕਿੱਥੇ ਇਹ ਮੁਹੱਈਆ ਕਰਾਉਂਦੇ ਸੀ। ਕਿਉਂਕਿ ਜੇ ਆਪਾਂ ਗੱਲ ਕਰੀਏ ਬੀਤੇ ਦਿਨਾਂ ਕਰਨਾਲ 'ਚ ਪਹਿਲਾਂ ਫੜੇ ਗਏ ਸੀ, ਰਿੰਦਾ ਦੇ ਕਹਿਣ ਤੇ ਇੱਥੇ ਪਹੁੰਚੇ ਸੀ ਤੇ ਹੁਣ ਦੁਬਾਰਾ ਕੁਰੂਕਸ਼ੇਤਰ ਜਿਹੜੀ ਪੁਲਿਸ ਨੇ ਜਿਹੜੇ ਫੜੇ ਹੈਗੇ ਸ਼ਮਸ਼ੇਰ ਤੇ ਰੋਬਿਨ ਤੇ ਉਹਨਾਂ ਤੋਂ ਕੋਲੋਂ ਵੀ ਕਾਫੀ ਐਕਸਪਲੋਸਿਵ ਇਨਵਰਟਰ ਬੈਟਰੀ ਜਿਹੜੀ ਹੈ ਉਹ ਰਿਕਵਰ ਹੋਈ ਹੈ। ਤਾਂ ਕਹਿ ਸਕਦੇ ਆ ਕਿ ਇਹਦੇ ਵਿੱਚ ਹੁਣ ਪੂਰਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ, ਧੀਰੇ ਧੀਰੇ ਕਨੈਕਸ਼ਨ ਜੁੜ ਰਿਹਾ। ਗਗਨ, ਇਹ ਅਬ ਸਮਝਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਇਹ ਬਾਰਡਰ ਤੇ ਬੈਠੇ ਜਿਹੜੇ ਬੈਡ ਆਨਸਰਸ ਨੇ, ਜਿਹੜੇ ਗਲਤ ਸ਼ਰਾਰਤੀ ਆਨਸਰ ਨੇ, ਉਹ ਕਿਸ ਤਰ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪੰਜਾਬ ਦੇ ਨਾਲ ਨਾਲ ਹਰਿਆਣਾ 'ਚ ਵੀ, ਚੰਡੀਗੜ੍ਹ, ਦਿੱਲੀ। ਹੁਣ ਇਹ ਜਿਹੜੇ ਫੜੇ ਗਏ ਨੇ ਗੁਰਵਿੰਦਰ ਐਲਾਈਜ਼ ਬਾਬਾ, ਇਹਦਾ ਥੋੜਾ ਜਿਹਾ ਤੁਹਾਨੂੰ ਹਿਸਟਰੀ ਦੱਸ ਦਈਏ ਕਿ ਇਹ ਬਾਬਾ ਹੈ ਕੌਣ। ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਮਰਡਰ ਹੋਇਆ ਸੀਗਾ, ਉਹਦੀ ਕਿਲਿੰਗ ਹੋਈ ਸੀ। ਇਹ ਉਸੇ ਕੇਸ 'ਚ ਐਨਆਈਏ ਦਾ ਪੀਓ ਹੈ, ਯਾਨੀ ਭਗੌੜਾ ਘੋਸ਼ਿਤ ਹੈਗਾ। ਇਹ ਵਾਂਟਡ ਸੀਗਾ, ਐਨਆਈਏ ਪੁਲਿਸ ਵੀ ਇਹਨੂੰ ਲੱਭ ਰਹੀ ਸੀਗੀ। ਜਿਹੜਾ ਗੁਰਵਿੰਦਰ ਸਿੰਘ ਐਲਾਈਜ਼ ਬਾਬਾ ਹੈ, ਹੁਣ ਇਹਦੇ ਕੋਲੋਂ ਕੀ ਬਰਾਮਦ ਹੋਇਆ? ਇਹਦੇ ਕੋਲੋਂ ਪਿਸਟਲ, ਮੈਗਜ਼ੀਨ, ਜਿੰਦਾ ਕਾਰਤੂਸ, ਇੱਕ ਲਾਂਸਰ ਗੱਡੀ ਵੀ ਇਹਦੇ ਕੋਲੋਂ ਰਿਕਵਰ ਹੋਈ ਹੈ ਤੇ ਇੱਕ ਕਰੀਬ 4 ਲੱਖ ਜਿਹੜੀ ਡਰੱਗਸ ਮਨੀ ਵੀ ਰਿਕਵਰ ਹੋਈ ਹੈ। 635 ਗ੍ਰਾਮ ਹੀਰੋਇਨ ਵੀ ਜਿਹੜੀ ਹੈ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਕਾਫੀ ਦਿਨਾਂ ਤੋਂ ਇਹ ਐਨਆਈਏ ਵੀ ਇਹਦੀ ਭਾਲ ਕਰ ਰਹੀ ਸੀਗੀ। ਜਿਹੜਾ ਗੁਰਵਿੰਦਰ ਸਿੰਘ ਹੈ, ਇਹ ਸਾਰੇ ਹੈਰੀ ਚੱਠਾ ਤੇ ਇੱਕ ਹੋਰ ਉਹਨਾਂ ਦਾ ਜਿਹੜਾ ਸਾਥੀ ਉਹਨਾਂ ਦੇ ਨਾਲ ਕੰਮ ਕਰ ਰਹੇ ਮਿਲ ਕੇ ਕਿ ਜਿਹੜੀ ਵੀ ਸਪਲਾਈ ਹੁੰਦੀ ਹੈ, ਜਿਹੜੀ ਆਰਮਸ ਦੀ, ਜਿਹੜੀ ਹੈਗੀ ਡਰੱਗਸ ਦੀ ਸਪਲਾਈ ਹੁੰਦੀ ਹੈ। ਕਿਉਂਕਿ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀਗਾ ਕਿ ਇਹ ਸਾਰੀ ਚੀਜ਼ਾਂ ਆ ਕਿੱਥੋਂ ਰਹੀਆਂ, ਕਿਉਂਕਿ ਬਾਰ-ਬਾਰ ਜ਼ਿਕਰ ਹੋ ਰਿਹਾ ਸੀ ਗਗਨ, ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਡਰੋਨ ਦੇ ਜ਼ਰੀਏ ਇਹ ਸਾਰੀ ਚੀਜ਼ਾਂ ਜਿਹੜੀਆਂ ਬਾਰਡਰ ਏਰੀਆ ਤੋਂ ਆਉਂਦੀਆਂ ਤੇ ਇਹਨਾਂ ਨੂੰ ਰੱਖਿਆ ਜਾਂਦਾ ਹੈ। ਬਾਰਡਰ ਏਰੀਆ ਦੇ ਜਿੰਨੇ ਵੀ ਨਾਲ ਦੇ ਲੱਗਦੇ ਪਿੰਡ ਹੈ ਉਹਦੇ ਵਿੱਚ ਸਾਰੀ ਚੀਜ਼ਾਂ ਨੂੰ ਰੱਖਿਆ ਜਾਂਦਾ ਲੁਕੋ ਕੇ, ਉਸ ਤੋਂ ਬਾਅਦ ਇਹ ਸਪਲਾਈ ਹੁੰਦੀ ਹੈ। ਯਾਨੀ ਕਿ ਇੱਕ ਬੰਦਾ ਨਹੀਂ ਕਰਦਾ, ਅਲੱਗ-ਅਲੱਗ ਲੋਕਾਂ ਨੂੰ ਇਹਦੇ ਵਿੱਚ ਡਿਵਾਈਡ ਕੀਤਾ ਹੋਇਆ। ਜਿੱਦਾਂ ਸ਼ਮਸ਼ੇਰ ਨੂੰ ਫੜਿਆ ਸੀਗਾ ਕੁਰੂਕਸ਼ੇਤਰ ਐਸਟੀਐਫ ਪੁਲਿਸ ਨੇ, ਜਦ ਇਹਨੂੰ ਫੜਿਆ ਸੀਗਾ ਕੁਰੂਕਸ਼ੇਤਰ ਜਦ ਹੋਟਲ ਦੇ, ਤੇ ਉਹਨੇ ਇਹ ਸਾਰੀ ਗੱਲ ਦੱਸੀ ਸੀ ਕਿ ਮੇਰੀ ਡਿਊਟੀ ਕੀ ਸੀ। ਮੇਰੀ ਡਿਊਟੀ ਸਿਰਫ ਇੰਨੀ ਸੀਗੀ ਕਿ ਮੈਂ ਉੱਥੇ ਇੰਪਲਾਂਟ ਕਰਨਾ ਸੀਗਾ, ਬਾਕੀ ਦੂਜੇ ਬੰਦੇ ਨੇ ਆ ਕੇ ਸਾਰੀ ਚੀਜ਼ਾਂ ਕਰਨੀ ਹੈ। ਇਸੇ ਤਰ੍ਹਾਂ ਹੁੰਦਾ, ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ, ਇਹਨਾਂ ਨੂੰ ਡਰੱਗਸ ਦਾ ਲਾਲਚ ਦਿੱਤਾ ਜਾਂਦਾ ਹੈ, ਲੇਕਿਨ ਜਿਹੜੇ ਲੋਕ ਨੇ
ਉਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਕਿ ਬਈ ਤੇਰਾ ਕੰਮ ਇਹ ਹੈ, ਤੁਸੀਂ ਸਿਰਫ ਬਾਰਡਰ ਏਰੀਆ ਤੋਂ ਇਹ ਡਰੋਨ ਦੇ ਜ਼ਰੀਏ ਜਿਹੜੀ ਵੀ ਖੇਪ ਆ ਰਹੀ ਹੈ, ਡਰੱਗਸ ਦੀ ਆ ਰਹੀ ਹੈ, ਵੈਪਨਸ ਦੀ ਆ ਰਹੀ ਹੈ, ਐਕਸਪਲੋਸਿਵ ਦੀ ਆ ਰਹੀ ਹੈ, ਤੁਸੀਂ ਲੈ ਕੇ ਉਹਨੂੰ ਲੁਕੋ ਦਿਓ ਆਪਣੇ ਘਰਾਂ 'ਚ ਜਾਂ ਕਿਤੇ ਵੀ। ਉਸ ਤੋਂ ਬਾਅਦ ਦੂਜੇ ਬੰਦੇ ਆਣਗੇ, ਤੁਸੀਂ ਉਹਨਾਂ ਨੂੰ ਹੈਂਡਓਵਰ ਕਰੋਗੇ, ਤੁਹਾਡਾ ਕੰਮ ਖਤਮ। ਤੁਹਾਡੇ ਜਿੰਨੇ ਵੀ ਤੁਹਾਡੇ ਨਾਲ ਗੱਲ ਹੋਈ ਹੈ, ਜਿੰਨੇ ਦੇ ਪੈਸੇ ਦੀ ਤੁਹਾਡੀ ਗੱਲ ਹੋਈ ਹੈ, ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਜਾਂ ਡਰੱਗਸ ਦੇ ਦਾਂਗੇ। ਇਹ ਸਾਰੀ ਹੁਣ ਮੋਡਸ ਆਪਰੈਂਡੀ ਕਿਸ ਤਰ੍ਹਾਂ ਦੀ ਹੁੰਦੀ ਹੈ, ਜਿਹੜੇ ਬਾਰਡਰ ਏਰੀਆ ਤੇ ਜਿਹੜੇ ਉੱਥੇ ਪਾਕਿਸਤਾਨ 'ਚ ਬੈਠੇ ਜਿਸ ਤਰ੍ਹਾਂ ਦੇ ਬੈਡ ਆਨਸਰਸ ਨੇ, ਬਾਰ-ਬਾਰ ਰਿੰਦਾ ਦਾ ਗਗਨ ਨਾਂ ਸਾਹਮਣੇ ਕਿਉਂ ਆ ਰਿਹਾ, ਰਿੰਦਾ ਦਾ ਕਨੈਕਸ਼ਨ ਬਾਰ-ਬਾਰ ਸਾਰੇ ਕੇਸਾਂ 'ਚ ਕਿਉਂ ਆ ਰਿਹਾ, ਚਾਹੇ ਆਰਪੀਜੀ ਅਟੈਕ ਹੋਵੇ, ਚਾਹੇ ਉਹ ਕਰਨਾਲ 'ਚ ਜਿਹੜੇ ਫੜੇ ਗਏ ਸੀਗੇ 4 ਆਤੰਕੀ, ਉਹਨਾਂ ਦੀ ਪੁੱਛਗਿੱਛ ਰਿੰਦਾ ਦਾ ਨਾਂ ਸਾਹਮਣੇ ਆਇਆ, ਤੇ ਹੁਣ ਜਿਹੜਾ ਕੁਰੂਕਸ਼ੇਤਰ ਸਾਰਾ ਮਾਮਲਾ ਹੈ, ਇਹਦੇ ਵੀ ਰਿੰਦਾ ਕਨੈਕਸ਼ਨ ਆ ਰਿਹਾ ਹੈ। ਤੇ ਹੁਣ ਤਰਨਤਾਰਨ 'ਚ ਜਿਹੜੇ ਫੜੇ ਗਏ ਨੇ ਗੁਰਵਿੰਦਰ ਤੇ ਸੰਦੀਪ, ਇਹਨਾਂ ਤੇ ਹੁਣ ਹੈਰੀ ਚੱਠਾ ਹੋਰ ਉਹਦੇ ਸਾਥੀ ਦਾ ਕਨੈਕਸ਼ਨ ਆ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਕਰਾਉਂਦੇ ਆ ਤੇ ਬਾਹਰ ਬੈਠ ਕੇ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਮੁਹੱਈਆ ਕੌਣ ਕਰਾ ਰਿਹਾ, ਇਹ ਜਾ ਕਿੱਥੇ ਰਹੀ ਹੈ। ਗੈਂਗਸਟਰ ਪਲੱਸ ਟੈਰਰਿਸਟ। ਹੁਣ ਜੇ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਦੀ ਜਿਹੜੀ ਵੀ ਚੀਜ਼ਾਂ ਸਾਹਮਣੇ ਆਈ ਹੈ, ਗਗਲ ਅਸੀਂ ਲਗਾਤਾਰ ਕਵਰ ਕੀਤਾ ਹੈ, ਤੁਸੀਂ ਵੀ ਕਵਰ ਕੀਤਾ ਹੈ, ਇਹ ਸਾਰੀ ਚੀਜ਼ਾਂ ਨੂੰ ਅਸੀਂ ਦੇਖੀਏ ਤਾਂ ਇਹ ਸਾਰੀ ਚੀਜ਼ਾਂ ਹੁਣ ਨਿਕਲ ਕੇ ਆ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਪਲਾਈ ਹੋ ਰਹੀ ਹੈ। ਇਹ ਗੈਂਗਸਟਰਾਂ ਨੂੰ ਸਪਲਾਈ ਕਰਨ ਦੀ ਕਰ ਰਹੇ ਹਾਂ ਗੱਲ, ਅਸਲਾ ਸਪਲਾਈ ਗੈਂਗਸਟਰਾਂ ਨੂੰ ਕਰ ਰਹੇ ਹਾਂ। ਇਹ ਕੌਣ ਕਰ ਰਿਹਾ ਹੈ? ਇਹ ਬਾਰਡਰ ਏਰੀਆ ਤੋਂ ਸਪਲਾਈ ਹੋ ਰਹੀ ਹੈ ਵੈਪਨ, ਬਾਰਡਰ ਏਰੀਆ ਤੋਂ ਡਰੱਗ ਸਪਲਾਈ ਹੋ ਰਹੀ ਹੈ, ਬਾਰਡਰ ਏਰੀਆ ਤੋਂ ਐਕਸਪਲੋਸਿਵ ਸਪਲਾਈ ਹੋ ਰਹੀ ਹੈ। ਵੱਡੀ ਸਾਜ਼ਿਸ਼, ਵੱਡਾ ਧਮਾਕੇ ਦੀ ਜਿਹੜੀ ਇਹ ਗੇਮ ਹੈ ਸਾਰੀ, ਕਿਉਂਕਿ 15 ਅਗਸਤ ਨੂੰ ਲੈ ਕੇ ਉਸ ਤੋਂ ਪਹਿਲਾਂ ਇੱਕ ਕਿਉਂਕਿ ਇਨਪੁਟ ਵੀ ਦਿੱਤਾ ਸੀ, ਪੰਜਾਬ ਪੁਲਿਸ ਦੀ ਇੱਕ ਵੱਡੀ ਇਨਪੁਟ ਵੀ ਸਾਹਮਣੇ ਆਈ ਸੀ ਜਿਹੜੀ ਆਈਬੀ ਨੇ ਦਿੱਤੀ ਸੀ, ਤੇ ਦਿੱਲੀ ਸਪੈਸ਼ਲ ਸੈੱਲ ਨੇ ਵੀ ਇਹਦੇ ਵਿੱਚ ਜਿਹੜਾ ਹੈਗਾ ਇਹ ਅਲਰਟ ਦਿੱਤਾ ਸੀਗਾ ਕਿ ਜਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆ ਰਹੀ ਹੈ, ਜਿਸ ਤਰ੍ਹਾਂ ਦੀ ਮਾਹੌਲ ਸਾਹਮਣੇ ਆ ਰਿਹਾ ਹੈ, ਕਿ ਜਿਸ ਤਰ੍ਹਾਂ ਦੀ ਸਾਜ਼ਿਸ਼ ਜਿਹੜੀ ਰਚੀ ਜਾ ਰਹੀ ਹੈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਾ ਰਹੀ ਹੈ। ਇਸ ਕਰਕੇ ਅਲਰਟ ਜਿਹੜਾ ਜਾਰੀ ਕੀਤਾ ਹੈ, ਉਸੇ ਐਵਰਜ 'ਚ ਪੰਜਾਬ ਪੁਲਿਸ ਨੂੰ ਵੱਡੀ ਸਾਜ਼ਿਸ਼, ਵੱਡੀ ਜਿਹੜੀ ਸਫਲਤਾ ਹੈ ਉਹ ਲਗਾਤਾਰ ਮਿਲ ਰਹੀ ਹੈ। ਹੁਣ ਗੁਰਵਿੰਦਰ ਤੇ ਸੰਦੀਪ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਬਹੁਤ ਵੱਡੇ ਕ੍ਰਿਮੀਨਲ ਹਿਸਟਰੀ ਇਹਨਾਂ ਦੀ, ਬਹੁਤ ਵੱਡੀ ਕ੍ਰਿਮੀਨਲ ਹਿਸਟਰੀ, ਡਰੱਗਸ ਤਸਕਰੀ, ਵੈਪਨ ਤਸਕਰੀ, ਇਹ ਜਿਹੜੀ ਹੋਰ ਚੀਜ਼ਾਂ ਜਿਹੜੀ ਹੈਗੀ ਹੈ, ਵੈਪਨ ਇਲੀਗਲ ਵੈਪਨ ਸਪਲਾਈ ਕਰਨਾ, ਇਹ ਸਾਰੀ ਚੀਜ਼ਾਂ 'ਚ ਲੈ ਕੇ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਤੇ ਵੱਡੇ ਲੈਵਲ ਤੇ ਇਹ ਕੰਮ ਚੱਲ ਰਿਹਾ ਸੀਗਾ। ਹੁਣ ਲਗਾਤਾਰ ਧੀਰੇ-ਧੀਰੇ ਇਹ ਰਾਜ਼ ਜੁੜਨਗੀਆਂ ਔਰ ਹੋਰ ਖੁਲਾਸੇ ਬਿਲਕੁਲ ਮਨੋਜ, ਰਾਜ਼ ਜਿਹੜੇ ਹੈਗੇ ਹੌਲੀ-ਹੌਲੀ ਖੁੱਲਣਗੇ ਔਰ ਹੌਲੀ-ਹੌਲੀ ਜਦੋਂ ਰਾਜ਼ ਖੁੱਲਣਗੇ ਤਾਂ ਫਿਰ ਸੱਚ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਵੇਗਾ। ਬਹੁਤ ਸ਼ੁਕਰੀਆ ਮਨੋਜ ਇਸ तमाम ਜਾਣਕਾਰੀ ਦੇ ਲਈ। ਫਿਲਹਾਲ ਮਨੋਜ ਮੇਰੇ ਸਹਿਯੋਗੀ ਲਗਾਤਾਰ ਜਾਣਕਾਰੀ ਦੇ ਰਹੇ ਸਨ ਕਿਸ ਤਰੀਕੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਅਹਿਮ ਹੈਗੀ ਹੈ ਔਰ ਕਿਵੇਂ ਇਹ ਸਪਲਾਈ ਕਰ ਰਹੇ ਨੇ, ਕਿਵੇਂ ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ, ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਵੀ ਵੈਪਨ ਸਪਲਾਈ ਕਰਨਾ ਹੋਵੇ, ਡਰੱਗ ਸਪਲਾਈ ਕਰਨੀ ਹੋ, ਉਸ ਦੇ ਵਿੱਚ ਸਾਰੇ ਇਨਵੋਲਵ ਸੀਗੇ ਔਰ ਇਸ ਕਰਕੇ ਇਹ ਗ੍ਰਿਫਤਾਰੀ ਜਿਹੜੀ ਹੈਗੀ ਉਹ ਅਹਿਮ ਹੋ ਜਾਂਦੀ ਹੈ। ਗੁਰਵਿੰਦਰ ਤੇ ਸੰਦੀਪ ਦੀ ਗ੍ਰਿਫਤਾਰੀ ਅਹਿਮ ਹੋ ਜਾਂਦੀ ਹੈ ਪੰਜਾਬ ਪੁਲਿਸ ਦੇ ਲਿਹਾਜ਼ ਦੇ ਨਾਲ ਵੀ ਔਰ ਕੇਂਦਰੀ ਏਜੰਸੀਆਂ ਦੇ ਲਿਹਾਜ਼ ਦੇ ਨਾਲ ਵੀ, ਔਰ ਖਾਸ ਕਰਕੇ ਉਦੋਂ ਜਦੋਂ 15 ਅਗਸਤ ਦੇ ਨੇੜੇ ਲਗਾਤਾਰ ਇਨਪੁਟਸ ਮਿਲ ਰਹੇ ਨੇ ਕਿ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਅਜਿਹੇ ਵਿੱਚ ਇਹ ਗ੍ਰਿਫਤਾਰੀ ਕਾਫੀ ਅਹਿਮ ਹੈ ਪੰਜਾਬ ਪੁਲਿਸ ਦੇ ਲਈ ਵੀ ਔਰ ਕੇਂਦਰੀ ਏਜੰਸੀਆਂ ਦੇ ਲਈ ਵੀ। ਤੇ ਵਕਤ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।